बनाया है, हम इसमें आनंदित हो, आनंदित हो। स्तुति प्रशंसा करें, क्यों ना कुछ होता रहे। स्तुति प्रशंसा करें, क्यों ना कुछ होता रहे। उसको हम भाते रहे, चाहे जहाँ भी रहे। उसको हम भाते रहे, चाहे जहाँ भी रहे। आज का दिन ईश्वर ने बनाया है, हम इसमें आनंदित हो, आनंदित हो। आज का दिन ईश्वर ने बनाया है, हम इसमें आनंदित हो, आनंदित हो। बाप ਅਤੇ ਬੇਟੇ ਅਤੇ ਰੂਹ ਪਾਕ ਦੇ ਨਾਮ ਤੇ ਆਮੀਨ। ਸਾਡੇ ਪ੍ਰਭੂ ਯਿਸੂ ਮਸੀਹ ਦਾ ਫਜ਼ਲ, ਖੁਦਾ ਬਾਪ ਦਾ ਪ੍ਰੇਮ ਤੇ ਰੂਹ ਪਾਕ ਦੀ ਸਾਂਝ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਮਸੀਹ ਦੇ ਪਿਆਰੇ ਭੈਣੋ ਤੇ ਭਰਾਓ, ਆਓ ਅਸੀਂ ਸਭ ਤੋਂ ਪਹਿਲਾਂ ਅੱਜ ਇਸ ਨਵੇਂ ਦਿਨ ਲਈ ਖੁਦਾ ਦਾ ਧੰਨਵਾਦ ਕਰੀਏ। ਪ੍ਰਭੂ ਨੇ ਇੱਕ ਦਿਨ ਹੋਰ ਸਾਡੇ ਜੀਵਨ ਵਿੱਚ ਜੋੜਿਆ ਹੈ। ਇਸ ਲਈ ਸਭ ਤੋਂ ਪਹਿਲਾਂ ਆਪਣੇ ਹਰ ਇੱਕ ਸਾਥ ਦੇ ਲਈ ਹੁਣ ਤੱਕ ਜੋ ਅਸੀਂ ਬਰਕਤਾਂ, ਅਸੀਸਾਂ, ਨੇਮਤਾਂ ਪ੍ਰਭੂ ਕੋ ਪ੍ਰਾਪਤ ਕੀਤੀਆਂ ਹਨ, ਉਹਨਾਂ ਸਭਨਾਂ ਦੇ ਲਈ ਤੇ ਨਾਲ ਹੀ ਆਪਣੇ ਪਰਿਵਾਰ ਦੇ ਲਈ ਖੁਦਾ ਦਾ ਧੰਨਵਾਦ ਕਰੀਏ। ਇਸ ਦੇ ਨਾਲ ਹੀ ਅਸੀਂ ਆਪਣੇ ਇਸ ਦਿਨ ਭਰ ਦੀਆਂ ਗਤੀਵਿਧੀਆਂ, ਕੰਮਾਂ ਕਾਰਾਂ, ਸੋਚਾਂ, ਵਿਚਾਰਾਂ, ਆਪਣੀਆਂ ਇੱਛਾਵਾਂ ਨੂੰ ਪ੍ਰਭੂ ਦੇ ਚਰਨਾਂ ਵਿੱਚ ਸੌਂਪੀਏ ਕਿ ਪ੍ਰਭੂ ਇਹਨਾਂ ਸਭਨਾਂ ਦੇ ਵਿੱਚ ਸਾਡੀ ਅਗਵਾਈ ਕਰੇ, ਮਾਰਗਦਰਸ਼ਨ ਕਰੇ। ਤੇ ਖਾਸ ਤੌਰ 'ਤੇ ਆਦਿ ਵਚਨ ਨੂੰ ਅਸੀਂ ਆਪਣੇ ਜੀਵਨ ਵਿੱਚ ਲਾਗੂ ਕਰ ਸਕੀਏ, ਇਸ ਲਈ ਅਸੀਂ ਖੁਦਾ ਬਾਪ ਅੱਗੇ ਪ੍ਰਾਰਥਨਾ ਕਰੀਏ। ਆਦਿ ਵਚਨ ਰਾਹੀਂ ਅਸੀਂ ਸੁਣਾਂਗੇ ਪ੍ਰਭੂ ਯਿਸੂ ਦੀ ਇਹ ਇੱਛਾ ਹੈ ਜੋ ਉਹ ਇੱਕ ਪ੍ਰਾਰਥਨਾ ਦੇ ਰਾਹੀਂ ਖੁਦਾ ਬਾਪ ਦੇ ਅੱਗੇ ਪ੍ਰਗਟ ਕਰਦਾ ਹੈ ਕਿ ਹੈ ਪਿਤਾ, ਜਿਸ ਤਰ੍ਹਾਂ ਅਸੀਂ ਦੋਵੇਂ ਇੱਕ ਹਾਂ, ਉਸੇ ਤਰ੍ਹਾਂ ਉਹ ਸਾਰੇ ਜਿਹੜੇ ਪ੍ਰਭੂ ਯਿਸੂ ਨੂੰ ਮੰਨਦੇ ਹਨ, ਉਸ ਉੱਤੇ ਵਿਸ਼ਵਾਸ ਕਰਦੇ ਹਨ, ਇੱਕ ਹੋਣ। ਉਹਨਾਂ ਵਿੱਚ ਆਪਸੀ ਏਕਤਾ ਹੋਵੇ, ਉਹਨਾਂ ਵਿੱਚ ਤਾਲਮੇਲ ਹੋਵੇ। ਇਸ ਤਰੀਕੇ ਨਾਲ ਖਾਸ ਤੌਰ 'ਤੇ ਇਸ ਪਾਕ ਮਾਸ ਵਿੱਚ ਹਿੱਸਾ ਲੈਂਦਿਆਂ ਸਾਰੇ ਸੰਸਾਰ ਦੇ ਮਸੀਹੀ ਭੈਣਾਂ ਵਿੱਚ ਏਕਤਾ ਦੇ ਲਈ ਪ੍ਰਾਰਥਨਾ ਕਰੀਏ ਕਿ ਸਾਰੇ ਇੱਕ ਹੀ ਪ੍ਰਭੂ, ਇੱਕ ਹੀ ਆਤਮਾ, ਇੱਕ ਹੀ ਖੁਦਾ ਦੇ ਵਿੱਚ ਸ਼ਰੀਕ ਹੁੰਦੇ ਹੋਏ ਏਕਤਾ ਵਿੱਚ ਬੱਝੇ ਰਹਿਣ। ਆਓ ਇਸ ਪਾਕ ਮਾਸ ਦੀ ਕੁਰਬਾਨੀ ਨੂੰ ਯੋਗਤਾ ਨਾਲ ਮਨਾਉਣ ਲਈ ਸਭ ਤੋਂ ਪਹਿਲਾਂ ਆਪਣੇ ਗੁਨਾਹ, ਗਲਤੀਆਂ ਨੂੰ ਯਾਦ ਕਰੀਏ। ਜਿਸ ਕਿਸੇ ਵੀ ਤਰੀਕੇ ਨਾਲ ਅਸੀਂ ਖੁਦਾ ਨੂੰ ਨਾਰਾਜ਼ ਕੀਤਾ, ਜਾਂ ਉਸ ਦੇ ਗੁਨਾਹਾਂ ਦੀ ਉਲੰਘਣਾ ਕੀਤੀ ਹੈ, ਜਾਂ ਆਪਣੇ ਭੈਣਾਂ ਭਰਾਵਾਂ, ਪਰਿਵਾਰ ਦੇ ਮੈਂਬਰਾਂ ਖਿਲਾਫ ਕੋਈ ਗਲਤੀ ਗੁਨਾਹ ਕੀਤਾ ਹੈ, ਜਾਂ ਅਸੀਂ ਆਪਣੇ ਆਪ ਦੇ ਹੀ ਖਿਲਾਫ ਜੋ ਵੀ ਗਲਤੀਆਂ ਕੀਤੀਆਂ ਹਨ, ਉਹਨਾਂ ਕੀਤੀਆਂ ਗਲਤੀਆਂ ਅਤੇ ਗੁਨਾਹਾਂ ਲਈ ਸੱਚੇ ਦਿਲ ਨਾਲ ਪਛਤਾਵਾ ਕਰਦੇ ਪ੍ਰਭੂ ਕੋਲ ਮਾਫੀ ਮੰਗੀਏ। ਆਓ ਅਸੀਂ ਰਲ ਕੇ ਆਖੀਏ, ਮੈਂ ਇਕਬਾਲ ਕਰਦਾ ਹਾਂ ਪੂਰੀ ਕੁਦਰਤ ਵਾਲੇ ਖੁਦਾ ਅਤੇ ਤੁਹਾਡੇ ਅੱਗੇ ਐ ਭਰਾਓ ਤੇ ਭੈਣੋ ਕਿ ਮੈਂ ਸੋਚਣ ਨਾਲ, ਬੋਲਣ ਨਾਲ, ਕਰਨ ਨਾਲ ਅਤੇ ਅਣਗਹਿਲੀ ਦੇ ਨਾਲ ਬਹੁਤ ਗੁਨਾਹ ਕੀਤੇ। ਆਪਣੇ ਹੀ ਦੋਸ਼ ਦੇ ਨਾਲ, ਆਪਣੇ ਹੀ ਦੋਸ਼ ਦੇ ਨਾਲ, ਆਪਣੇ ਬਹੁਤ ਵੱਡੇ ਦੋਸ਼ ਦੇ ਨਾਲ। ਇਸ ਲਈ ਮੈਂ ਤਨ ਸਦਾ ਕੁਆਰੀ ਮਰੀਅਮ, ਸਾਰਿਆਂ ਫਰਿਸ਼ਤਿਆਂ ਅਤੇ ਸੰਤਾਂ ਅਤੇ ਤੁਹਾਡੇ ਅੱਗੇ ਐ ਭਰਾਓ ਤੇ ਭੈਣੋ ਮੈਂ ਬੇਨਤੀ ਕਰਦਾ ਹਾਂ ਕਿ ਮੇਰੇ ਲਈ ਪ੍ਰਭੂ ਖੁਦਾ ਦੇ ਅੱਗੇ ਪ੍ਰਾਰਥਨਾ ਕਰੋ। ਪੂਰੀ ਕੁਦਰਤ ਵਾਲਾ ਖੁਦਾ ਸਾਡੇ ਉੱਤੇ ਦਇਆ ਕਰੇ ਅਤੇ ਸਾਡੇ ਗੁਨਾਹਾਂ ਨੂੰ ਮਾਫ ਕਰਕੇ ਸਾਨੂੰ ਸਤੀਵੀ ਜੀਵਨ ਤੱਕ ਪਹੁੰਚਾਵੇ। ਆਮੀਨ।
ऐ प्रभु दया कर, ऐ प्रभु दया कर, ऐ मसीहा दया कर, ऐ मसीहा दया कर, ऐ प्रभु दया कर। ऐ प्रभु दया कर। ਅਸੀਂ ਪ੍ਰਾਰਥਨਾ ਕਰੀਏ। ऐ प्रभु ਬਖਸ਼ ਦੇ ਕਿ ਤੇਰੀ ਰੂਹ ਸਾਨੂੰ ਰੂਹਾਨੀ ਤੋਹਫਿਆਂ ਨਾਲ ਭਰਪੂਰ ਕਰੇ, ਤੈਨੂੰ ਖੁਸ਼ ਕਰਨ ਵਾਲਾ ਮਨ ਸਾਨੂੰ ਪ੍ਰਦਾਨ ਕਰੇ ਅਤੇ ਸਾਡੇ ਉੱਤੇ ਮਿਹਰ ਕਰਕੇ ਸਾਨੂੰ ਤੇਰੀ ਮਰਜ਼ੀ ਦੇ ਮੁਤਾਬਕ ਚੱਲਣ ਵਾਲੇ ਬਣਾ ਦੇਵੇ। ਸਾਡੇ ਪ੍ਰਭੂ ਯਿਸੂ ਮਸੀਹ ਤੇਰੇ ਬੇਟੇ ਦੇ ਰਾਹੀਂ ਜੋ ਤੇਰੇ ਨਾਲ ਰੂਹ ਪਾਕ ਦੀ ਏਕਤਾ ਵਿੱਚ ਇੱਕ ਖੁਦਾ ਜਿਉਂਦਾ ਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀਕ। ਆਮੀਨ। ਪ੍ਰਭੂ ਤੁਹਾਡੇ ਦਿਲ ਵਿੱਚ ਅਤੇ ਜ਼ੁਬਾਨ ਤੇ ਹੋਵੇ ਤਾਂ ਯੋਗਤਾ ਨਾਲ ਤੁਸੀਂ ਖੁਦਾ ਦਾ ਵਚਨ ਸੁਣਾ ਸਕੋ। ਬਾਪ ਅਤੇ ਬੇਟੇ ਤੇ ਰੂਹ ਪਾਕ ਦੇ ਨਾਮ ਉੱਤੇ ਆਮੀਨ। ਪਾਠ ਪਹਿਲਾ। ਰਸੂਲਾਂ ਦੇ ਕਰਤੱਵ, ਉਸ ਦਾ 22 ਬਾਬ 30 ਆਇਤ, 23 ਬਾਬ 6 ਤੋਂ 11 ਆਇਤ ਤੱਕ। ਅਗਲੇ ਦਿਨ ਸੈਨਾਪਤੀ ਨੇ ਪੌਲੁਸ ਦੇ ਬੰਧਨ ਖੋਲ੍ਹ ਦਿੱਤੇ ਅਤੇ ਮਹਾਪੁਰੋਹਿਤਾਂ ਅਤੇ ਤਮਾਮ ਮਹਾਸਭਾ ਨੂੰ ਇਕੱਠਾ ਹੋਣ ਦੀ ਆਗਿਆ ਦਿੱਤੀ। ਉਹ ਇਹ ਜਾਣਨਾ ਚਾਹੁੰਦੇ ਸੀ ਕਿ ਯਹੂਦੀ ਅਸਲ ਵਿੱਚ ਪੌਲੁਸ ਉੱਤੇ ਕੀ ਦੋਸ਼ ਲਾਉਂਦੇ ਸਨ। ਫਿਰ ਉਹ ਪੌਲੁਸ ਨੂੰ ਉਹਨਾਂ ਕੋਲ ਲੈ ਆਇਆ ਅਤੇ ਉਸ ਨੂੰ ਉਹਨਾਂ ਦੇ ਸਾਹਮਣੇ ਖੜਾ ਕਰ ਦਿੱਤਾ। ਪੌਲੁਸ ਨੇ ਜਦੋਂ ਇਹ ਵੇਖ ਲਿਆ ਕਿ ਮਹਾਸਭਾ ਦਾ ਇੱਕ ਹਿੱਸਾ ਸਦੂਕੀਆਂ ਦਾ ਹੈ ਅਤੇ ਦੂਜਾ ਫਰੀਸੀਆਂ ਦਾ, ਤਾਂ ਉਸਨੇ ਉੱਚੀ ਆਵਾਜ਼ ਨਾਲ ਕਿਹਾ, ਭਰਾਓ, ਮੈਂ ਫਰੀਸੀ ਹਾਂ ਅਤੇ ਫਰੀਸੀਆਂ ਦਾ ਪੁੱਤ। ਮੁਰਦਿਆਂ ਦੇ ਜੀ ਉੱਠਣ ਦੀ ਆਸ ਦੇ ਕਾਰਨ ਮੇਰੇ ਉੱਤੇ ਇਹ ਮੁਕੱਦਮਾ ਚੱਲ ਰਿਹਾ ਹੈ। ਜਦੋਂ ਉਸਨੇ ਇਹ ਕਿਹਾ ਤਾਂ ਫਰੀਸੀਆਂ ਅਤੇ ਸਦੂਕੀਆਂ ਵਿੱਚ ਮਤਭੇਦ ਹੋ ਗਿਆ ਅਤੇ ਮਹਾਸਭਾ ਵਿੱਚ ਫੁੱਟ ਪੈ ਗਈ, ਕਿਉਂਕਿ ਸਦੂਕੀ ਕਹਿੰਦੇ ਹਨ ਕਿ ਨਾ ਤਾਂ ਮੁਰਦਿਆਂ ਦਾ ਜੀ ਉੱਠਣਾ ਹੈ, ਨਾ ਫਰਿਸ਼ਤੇ ਹਨ ਅਤੇ ਨਾ ਰੂਹਾਂ, ਪਰੰਤੂ ਫਰੀਸੀ ਸਾਰਿਆਂ ਤਿੰਨਾਂ ਨੂੰ ਹੀ ਮੰਨਦੇ ਹਨ। ਇਸ ਤਰ੍ਹਾਂ ਇੱਕ ਵੱਡਾ ਰੋਲਾ ਗੋਲਾ ਪੈ ਗਿਆ ਅਤੇ ਫਰੀਸੀ ਧੜੇ ਦੇ ਕੁਝ ਗ੍ਰੰਥੀ ਖੜੇ ਹੋ ਕੇ ਇਹ ਦਲੀਲ ਦੇਣ ਲੱਗੇ, ਸਾਨੂੰ ਇਸ ਮਨੁੱਖ ਵਿੱਚ ਕੋਈ ਦੋਸ਼ ਨਹੀਂ ਦਿਖਦਾ। ਹੋ ਸਕਦਾ ਹੈ ਕਿ ਇਸੇ ਨਾਲ ਕੋਈ ਰੂਹ ਜਾਂ ਫਰਿਸ਼ਤਾ ਬੋਲਿਆ ਹੋਵੇ। ਜਦੋਂ ਵਿਵਾਦ ਵਿੱਚ ਹੱਥੋਂ ਪਾਈ ਸ਼ੁਰੂ ਹੋ ਗਈ ਤਾਂ ਸੈਨਾਪਤੀ ਨੇ ਇਸ ਡਰ ਨਾਲ ਕਿ ਕਿਤੇ ਉਹ ਪੌਲੁਸ ਦੇ ਟੁਕੜੇ ਟੁਕੜੇ ਨਾ ਕਰ ਦੇਣ, ਸਿਪਾਹੀਆਂ ਨੂੰ ਆਗਿਆ ਦਿੱਤੀ ਕਿ ਉਹ ਥੱਲੇ ਜਾ ਕੇ ਪੌਲੁਸ ਨੂੰ ਉਹਨਾਂ ਕੋਲੋਂ ਜ਼ਬਰਦਸਤੀ ਕਿਲੇ ਵਿੱਚ ਲੈ ਆਉਣ। ਉਸੇ ਰਾਤ ਪ੍ਰਭੂ ਪੌਲੁਸ ਦੇ ਲਾਗੇ ਖੜਾ ਹੋ ਕੇ ਬੋਲਿਆ, ਹਿੰਮਤ ਰੱਖ, ਕਿਉਂਕਿ ਜਿਸ ਤਰ੍ਹਾਂ ਤੂੰ ਯਰੂਸ਼ਲਮ ਵਿੱਚ ਮੇਰੇ ਬਾਰੇ ਸਾਖੀ ਭਰੀ ਹੈ, ਉਸੇ ਤਰ੍ਹਾਂ ਤੈਨੂੰ ਰੋਮ ਵਿੱਚ ਵੀ ਸਾਖੀ ਦੇਣੀ ਹੈ। ਇਹ ਪ੍ਰਭੂ ਦੀ ਬਾਣੀ ਹੈ। ਖੁਦਾ ਦਾ ਸ਼ੁਕਰ ਹੋਵੇ। खुदा तरसो आओ सुनो ये बयान, खुदा तरसो आओ सुनो ये बयान। मेरे उत्ते रब ने जो कीते एहसान, खुदा तरसो आओ सुनो ये बयान। मैं चिल्लाया मुँह नाल रब दे हजूर, ते
सिताए से गाए ज़बूर। मैं चिल्लाया मुनार रब दे हजूर ते ओदी सिताए से गाए ज़बूर। खुदा ते सुआ सुनो ए बयान मेरे उत्ते रब ने जो कीते एहसान। खुदा ते सुआ सुनो ए बयान। हालेलुया स्तुति गाए हम यीशु की स्तुति गाए हम। हालेलुया स्तुति गाए हम यीशु की स्तुति गाए हम हालेलुया 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 हालेलुया। ਪ੍ਰਭੂ ਤੁਹਾਡੇ ਨਾਲ ਹੋਵੇ। ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪਾਠ ਪਵਿੱਤਰ ਅੰਜੀਲ ਦਾ ਸੰਤ ਯਹੰਨਾ ਦੇ ਅਨੁਸਾਰ। ਤੇਰੀ ਵਡਿਆਈ ਹੋਵੇ ਐ ਪ੍ਰਭੂ। ਉਹਦਾ 17 ਅਧਿਆਇ 20 ਤੋਂ 26 ਆਇਤ। ਮੈਂ ਸਿਰਫ ਇਹਨਾਂ ਲਈ ਹੀ ਪ੍ਰਾਰਥਨਾ ਨਹੀਂ ਕਰਦਾ, ਸਗੋਂ ਉਹਨਾਂ ਲਈ ਵੀ ਜੋ ਉਹਨਾਂ ਦੇ ਵਚਨ ਰਾਹੀਂ ਮੇਰੇ ਉੱਤੇ ਈਮਾਨ ਲਿਆਉਣਗੇ ਕਿ ਉਹ ਸਾਰੇ ਇੱਕ ਹੋਣ। ਐ ਬਾਪ, ਜਿਸ ਤਰ੍ਹਾਂ ਤੁਸੀਂ ਮੇਰੇ ਵਿੱਚ ਹੋ ਅਤੇ ਮੈਂ ਤੁਹਾਡੇ ਵਿੱਚ ਹਾਂ, ਉਸੇ ਤਰ੍ਹਾਂ ਉਹ ਵੀ ਸਾਡੇ ਵਿੱਚ ਇੱਕ ਹੋਣ, ਤਾਂ ਜੋ ਸੰਸਾਰ ਇਹ ਮੰਨ ਲਵੇ ਕਿ ਤੁਸੀਂ ਮੈਨੂੰ ਘੱਲਿਆ ਹੈ। ਜੋ ਮਹਿਮਾ ਤੁਸੀਂ ਮੈਨੂੰ ਦਿੱਤੀ ਹੈ ਉਹ ਮੈਂ ਉਹਨਾਂ ਨੂੰ ਦਿੱਤੀ ਹੈ, ਤਾਂ ਜੋ ਉਹ ਇੱਕ ਹੋਣ ਜਿਸ ਤਰ੍ਹਾਂ ਅਸੀਂ ਇੱਕ ਹਾਂ। ਮੈਂ ਉਹਨਾਂ ਵਿੱਚ ਅਤੇ ਤੁਸੀਂ ਮੇਰੇ ਵਿੱਚ, ਤਾਂ ਜੋ ਉਹ ਪੂਰੀ ਤਰ੍ਹਾਂ ਇੱਕ ਹੋ ਜਾਣ ਅਤੇ ਇਸ ਤਰ੍ਹਾਂ ਸੰਸਾਰ ਇਹ ਜਾਣ ਜਾਵੇ ਕਿ ਤੁਸੀਂ ਮੈਨੂੰ ਘੱਲਿਆ ਹੈ ਅਤੇ ਤੁਸੀਂ ਉਹਨਾਂ ਨੂੰ ਪਿਆਰ ਕੀਤਾ ਹੈ ਜਿਸ ਤਰ੍ਹਾਂ ਤੁਸੀਂ ਮੈਨੂੰ ਪਿਆਰ ਕੀਤਾ ਹੈ। ਬਾਪ, ਮੈਂ ਚਾਹੁੰਦਾ ਹਾਂ ਕਿ ਜੋ ਤੁਸੀਂ ਮੈਨੂੰ ਦਿੱਤੇ ਹਨ ਉਹ ਉੱਥੇ ਮੇਰੇ ਨਾਲ ਹੋਣ ਜਿੱਥੇ ਮੈਂ ਹਾਂ, ਤਾਂ ਜੋ ਉਹ ਮੇਰੀ ਮਹਿਮਾ ਵੇਖਣ ਜੋ ਤੁਸੀਂ ਆਪਣੇ ਪਿਆਰ ਵਿੱਚ ਸੰਸਾਰ ਦੀ ਸਿਰਜਣਾ ਤੋਂ ਪਹਿਲਾਂ ਮੈਨੂੰ ਦਿੱਤੀ ਹੈ। ਐ ਧਰਮੀ ਬਾਪ, ਸੰਸਾਰ ਨੇ ਤੁਹਾਨੂੰ ਨਹੀਂ ਜਾਣਿਆ, ਪਰ ਮੈਂ ਤੁਹਾਨੂੰ ਜਾਣਿਆ ਹੈ ਅਤੇ ਇਹ ਵੀ ਜਾਣ ਗਏ ਹਨ ਕਿ ਤੁਸੀਂ ਮੈਨੂੰ ਘੱਲਿਆ ਹੈ। ਮੈਂ ਉਹਨਾਂ ਨੂੰ ਤੁਹਾਡੇ ਨਾਂ ਤੋਂ ਜਾਣੂ ਕਰਾਇਆ ਹੈ ਅਤੇ ਮੈਂ ਇਹ ਉਹਨਾਂ ਨੂੰ ਜਾਣੂ ਕਰਾਉਂਦਾ ਰਹਾਂਗਾ, ਤਾਂ ਜੋ ਜਿਸ ਪਿਆਰ ਨਾਲ ਤੁਸੀਂ ਮੈਨੂੰ ਪਿਆਰ ਕੀਤਾ ਹੈ ਉਹ ਪਿਆਰ ਉਹਨਾਂ ਵਿੱਚ ਹੋਵੇ ਅਤੇ ਮੈਂ ਉਹਨਾਂ ਵਿੱਚ ਹੋਵਾਂ। ਪ੍ਰਭੂ ਦੇ ਪਾਕ ਅੰਜੀਲ। ਤੇਰੀ ਮਹਿਮਾ ਹੋਵੇ ਐ ਮਸੀਹਾ। ਮਸੀਹ ਪਿਆਰੇ ਭੈਣੋ ਤੇ ਭਰਾਓ, ਅੱਜ ਅਸੀਂ ਜੋ ਅੰਜੀਲ ਦਾ ਪਾਠ ਸੁਣਿਆ ਹੈ, ਵਚਨ ਸੁਣੇ ਹਨ, ਇਹ ਪ੍ਰਭੂ ਯਿਸੂ ਮਸੀਹ ਦੇ ਖੁਦਾ ਬਾਪ ਦੇ ਅੱਗੇ ਪ੍ਰਾਰਥਨਾ ਹੈ, ਕਿਉਂਕਿ ਪ੍ਰਭੂ ਨੂੰ ਪਤਾ ਸੀ ਕਿ ਉਸਦੇ ਪੈਰੋਕਾਰਾਂ ਵਿੱਚ ਆਉਂਦੇ ਸਮਿਆਂ ਵਿੱਚ ਏਕਤਾ ਨਹੀਂ ਰਹੇਗੀ। ਬੇਸ਼ੱਕ ਪ੍ਰਭੂ ਯਿਸੂ ਇੱਕ ਹੈ, ਬੇਸ਼ੱਕ ਪਵਿੱਤਰ ਆਤਮਾ ਇੱਕ ਹੈ, खुदा बाप एक है, पवित्र बाइबल एक है, ये सारा कुछ एक होने के बावजूद भी तो यीशु के पैरोकारां विच जो उसनों ਮੰਨਦੇ ਹਨ ਅਤੇ ਭਵਿੱਖ ਵਿੱਚ ਮੰਨਣਗੇ ਉਹਨਾਂ ਵਿੱਚ ਆਪਸੀ ਏਕਤਾ ਨਹੀਂ ਹੋਵੇਗੀ। ਇਹ ਪ੍ਰਭੂ ਨੂੰ ਪਤਾ ਸੀ, ਇਸ ਕਰਕੇ ਪ੍ਰਭੂ ਆਪਣੀ ਸਲੀਬੀ ਮੌਤ ਤੋਂ ਪਹਿਲਾਂ ਆਪਣੇ
ਇਹਨਾਂ ਚੇਲਿਆਂ ਲਈ, ਰਸੂਲਾਂ ਲਈ ਖੁਦਾ ਬਾਪ ਅੱਗੇ ਪ੍ਰਾਰਥਨਾ ਕਰਦਾ ਹੈ ਕਿ ਇਹਨਾਂ ਵਿੱਚ ਏਕਤਾ ਹੋਵੇ। ਪਿਆਰੋ, ਜੇਕਰ ਸਾਡੇ ਵਿੱਚ ਏਕਤਾ ਨਹੀਂ ਹੈ, ਇਹਦਾ ਮਤਲਬ ਇਹ ਹੈ ਕਿ ਅਸੀਂ ਖੁਦਾ ਨੂੰ ਚੰਗੀ ਤਰ੍ਹਾਂ ਨਹੀਂ ਜਾਣ ਸਕੇ। ਖੁਦਾ ਮਤਲਬ ਕਿ ਖੁਦਾ ਇੱਕ ਪਾਕ ਤਸਲੀਸ ਖੁਦਾ ਹੈ, ਯਾਨੀ ਕਿ ਉਹਦੇ ਵਿੱਚ 3 ਇਲਾਹੀ ਸ਼ਖਸ ਹਨ, ਖੁਦਾ ਬਾਪ, ਖੁਦਾ ਬੇਟਾ ਪ੍ਰਭੂ ਯਿਸੂ ਅਤੇ ਖੁਦਾ ਰੂਹ ਪਾਕ। ਇਹ ਤਿੰਨੋਂ ਇਲਾਹੀ ਸ਼ਖਸ ਇੱਕੋ ਹੀ ਰੁਤਬੇ ਦੇ, ਇੱਕੋ ਹੀ ਤਾਕਤ ਬਲ, ਸਭ ਕੁਝ ਵਿੱਚ ਸਮਾਨ ਹਨ। ਜੇਕਰ ਅਸੀਂ ਇਸ ਭੇਦ ਨੂੰ ਸਮਝਾਈਏ ਕਿ ਪਾਕ ਤਸਲੀਸ ਖੁਦਾ ਇੱਕ ਹੋਣ ਦੇ ਬਾਵਜੂਦ ਉਹਦੇ ਵਿੱਚ 3 ਇਲਾਹੀ ਸ਼ਖਸ ਹਨ, ਫਿਰ ਵੀ ਉਹਨਾਂ ਵਿੱਚ ਇਸ ਤਰ੍ਹਾਂ ਦੀ ਏਕਤਾ ਹੈ। ਜਿਸ ਤਰ੍ਹਾਂ ਆਪਾਂ ਕੋਈ ਫੁੱਲ ਦੇਖਦੇ ਹਾਂ, ਉਹਦਾ ਜੋ ਰੰਗ ਹੁੰਦਾ ਹੈ ਉਹ ਇੱਕ ਅਲੱਗ ਚੀਜ਼ ਹੁੰਦੀ ਹੈ, ਉਹਦੇ ਵਿੱਚ ਜੋ ਖੁਸ਼ਬੂ ਮਹਿਕ ਹੁੰਦੀ ਹੈ ਉਹ ਦੂਜੀ ਅਲੱਗ ਚੀਜ਼ ਹੁੰਦੀ ਹੈ। ਉਹ ਫੁੱਲ ਜੋ ਆਪਣੇ ਆਪ ਦੇ ਵਿੱਚ ਇੱਕ ਚੀਜ਼ ਹੈ, ਉਹ ਇੱਕ ਅਲੱਗ ਚੀਜ਼ ਹੈ। ਯਾਨੀ ਕਿ ਇਹਨਾਂ ਤਿੰਨਾਂ ਚੀਜ਼ਾਂ ਦੇ ਵਿੱਚ ਆਪਾਂ ਵੇਖਦੇ ਹਾਂ ਕਿ ਇੱਕ ਦੂਜੇ ਨੂੰ ਅਲੱਗ ਨਹੀਂ ਕੀਤਾ ਜਾ ਸਕਦਾ। ਤੁਸੀਂ ਕਿਸੇ ਫੁੱਲ ਵਿੱਚੋਂ ਉਸਦੀ ਖੁਸ਼ਬੂ ਨੂੰ ਅਲੱਗ ਨਹੀਂ ਕਰ ਸਕਦੇ, ਕਿਸੇ ਫੁੱਲ ਵਿੱਚੋਂ ਉਸਦੇ ਰੰਗ ਨੂੰ ਅਲੱਗ ਨਹੀਂ ਕਰ ਸਕਦੇ। ਇਸ ਤਰੀਕੇ ਨਾਲ ਜੇਕਰ ਆਪਾਂ ਪਾਕ ਤਸਲੀਸ ਖੁਦਾ ਦੇ ਭੇਦ ਨੂੰ ਜਾਣ ਜਾਈਏ ਤਾਂ ਫਿਰ ਅਸੀਂ ਮੰਨਾਂਗੇ ਕਿ ਹਾਂ, ਖੁਦਾ ਨੇ ਆਪਣੇ ਇਸ ਭੇਦ ਨੂੰ ਕੁਦਰਤ ਦੇ ਵਿੱਚ ਪ੍ਰਗਟ ਕੀਤਾ ਹੈ। ਇੱਕ ਹੋਰ ਐਗਜ਼ਾਮਪਲ, ਇੱਕ ਹੋਰ ਆਪਾਂ ਮਿਸਾਲ ਲੈ ਸਕਦੇ ਹਾਂ। ਸੂਰਜ ਜੋ ਇੱਕ ਬਹੁਤ ਵੱਡਾ ਗ੍ਰਹਿ ਹੈ, ਉਹ ਇੱਕ ਬਹੁਤ ਵੱਡਾ ਗ੍ਰਹਿ ਹੋਣ ਦੇ ਨਾਂ ਤੇ ਇੱਕ ਅਲੱਗ ਚੀਜ਼ ਹੈ। ਉਹਦੇ ਵਿੱਚ ਜੋ ਉਹਦੀ ਤਪਸ਼ ਹੈ, ਗਰਮਾਇਸ਼ ਹੈ ਜਾਂ ਅੱਗ ਹੈ, ਉਹ ਇੱਕ ਦੂਸਰੀ ਚੀਜ਼ ਹੈ। ਉਹਦੇ ਨਾਲ ਤੀਸਰੀ ਚੀਜ਼ ਕੀ ਹੋ ਸਕਦੀ ਹੈ? ਉਹਦੀ ਜੋ ਰੋਸ਼ਨੀ ਹੈ, ਚਾਨਣ ਹੈ। ਇਹਨਾਂ ਤਿੰਨਾਂ ਨੂੰ ਮਿਲਾ ਕੇ ਸੂਰਜ ਇੱਕ ਹੀ ਹੈ। ਤਿੰਨਾਂ ਵਿੱਚੋਂ ਕਿਸੇ ਨੂੰ ਵੀ ਅਲੱਗ ਨਹੀਂ ਕੀਤਾ ਜਾ ਸਕਦਾ। ਇਸ ਤਰੀਕੇ ਨਾਲ ਪਾਕ ਤਸਲੀਸ ਖੁਦਾ ਹੈ। ਇਸ ਕਰਕੇ ਜੇਕਰ ਉਹ ਸਾਰੇ ਜੋ ਮਸੀਹੀ ਕਹਾਉਂਦੇ ਆ ਪਾਕ ਤਸਲੀਸ ਦੇ ਇਸ ਭੇਦ ਨੂੰ ਜਾਣ ਕਿ ਖੁਦਾ ਇਸ ਤਰੀਕੇ ਨਾਲ ਏਕਤਾ ਵਿੱਚ ਰਹਿੰਦਾ ਹੈ, ਤਾਂ ਉਹਦੇ ਮੰਨਣ ਵਾਲੇ ਵੀ ਏਕਤਾ ਵਿੱਚ ਰਹਿਣ ਦੀ ਕੋਸ਼ਿਸ਼ ਕਰਨਗੇ। ਅਸੀਂ ਇਸ ਵਚਨ ਨੂੰ ਕਦੀ ਨਾ ਭੁੱਲੀਏ। ਸੰਤ ਪੌਲੁਸ ਕਹਿੰਦਾ ਹੈ ਅਫਸੀਆਂ ਦੇ ਕਲੀਸਿਆ ਪੱਤਰ ਵਿੱਚੋਂ 4 ਅਧਿਆਇ 5 ਅਤੇ 6, ਜਿਸ ਤਰ੍ਹਾਂ ਇੱਕ ਸਰੀਰ ਹੈ, ਉਸੇ ਤਰ੍ਹਾਂ ਇੱਕ ਹੀ ਪ੍ਰਭੂ ਹੈ, ਇੱਕ ਹੀ ਆਤਮਾ ਹੈ, ਇੱਕ ਹੀ ਖੁਦਾ ਹੈ ਜੋ ਸਾਰਿਆਂ ਵਿੱਚ ਵਾਸ ਕਰਦਾ ਹੈ। ਪਿਆਰੋ, ਇਸ ਤਰੀਕੇ ਨਾਲ ਜੇਕਰ ਆਪਾਂ ਇਹ ਸਮਝ ਆਈਏ ਕਿ ਇੱਕ ਪ੍ਰਭੂ ਹੈ, ਇੱਕ ਆਤਮਾ ਹੈ, ਇੱਕ ਹੀ ਖੁਦਾ ਹੈ, ਫਿਰ ਸਾਡੇ ਵਿੱਚ ਆਪਸੀ ਏਕਤਾ ਹੋਵੇਗੀ। ਠੀਕ ਉਸੇ ਤਰੀਕੇ ਨਾਲ ਜਿਸ ਤਰ੍ਹਾਂ ਸੰਸਾਰ ਦਾ ਕੋਈ ਸੱਭਿਆਚਾਰ ਹੈ, ਉਸ ਸੱਭਿਆਚਾਰ ਦੇ ਲੋਕਾਂ ਵਿੱਚ ਇੱਕੋ ਹੀ ਭਾਸ਼ਾ ਹੁੰਦੀ ਹੈ, ਇੱਕ ਤਰ੍ਹਾਂ ਦੀਆਂ ਰੀਤਾਂ ਰਸਮਾਂ ਹੁੰਦੀਆਂ ਹਨ, ਪਹਿਰਾਵਾ ਵੀ ਇੱਕੋ ਤਰੀਕੇ ਦਾ ਹੁੰਦਾ ਹੈ, ਸਾਰਾ ਕੁਝ ਇੱਕ ਤਰੀਕੇ, ਔਰ ਇਹ ਸਾਰੀਆਂ ਚੀਜ਼ਾਂ ਉਹਨਾਂ ਵਿੱਚ ਏਕਤਾ ਪ੍ਰਗਟ ਕਰਦੀਆਂ ਆ। ਤੇ ਸਾਡੇ ਵਿੱਚ ਅਸੀਂ ਜੋ ਆਪਣੇ ਆਪ ਨੂੰ ਮਸੀਹ ਕਹਿੰਦੇ ਹਾਂ, ਮਸੀਹ ਦੇ ਨਾਮ ਵਿੱਚ ਹੀ ਸਾਡੇ ਵਿੱਚ ਅਣਗਿਣਤ ਮਤਭੇਦ ਹਨ, ਆਪਸ ਵਿੱਚ ਮਤਭੇਦ ਹਨ, ਕਿਉਂਕਿ ਅਸੀਂ ਰਸੂਲਾਂ ਦੇ ਅਧਿਕਾਰ ਨੂੰ ਸ਼ਾਇਦ ਪੂਰਨ ਤੌਰ ਤੇ ਨਹੀਂ ਮੰਨਦੇ। ਇਸ ਸਮੇਂ ਸਾਡੇ ਵਿੱਚ ਜੋ ਸੰਤ ਪਾਪਾ ਫਰਾਂਸਿਸ ਹਨ, ਸਾਡੇ ਮੌਜੂਦਾ ਪੋਪ ਹਨ, ਸਾਰੇ ਮਸੀਹੀ ਜੇਕਰ ਇਹ ਮੰਨ ਲੈਣ ਕਿ ਸੰਤ ਪਤਰਸ ਦੀ ਗੱਦੀ ਉੱਤੇ ਜੋ ਉੱਤਰਾਧਿਕਾਰੀ ਹੈ ਉਹ ਇਸ ਸਮੇਂ ਸੰਤ ਪਾਪਾ ਫਰਾਂਸਿਸ ਹੈ, ਸਾਡੇ ਮੌਜੂਦਾ ਪੋਪ ਸਾਹਿਬ ਹਨ, ਅਤੇ ਅਸੀਂ ਉਹਦੇ ਸਾਰੇ ਅਧੀਨ ਹਨ ਇਸ ਧਰਤੀ ਉੱਤੇ, ਤਾਂ ਫਿਰ ਸਾਡੇ ਵਿੱਚ ਆਟੋਮੈਟਿਕਲੀ ਹੌਲੀ ਏਕਤਾ ਦਾ ਸੰਚਾਰ ਹੋਵੇਗਾ। ਇਹਨਾਂ ਗੱਲਾਂ ਨੂੰ ਸ਼ਾਇਦ ਆਪਾਂ ਨਹੀਂ ਮੰਨਦੇ। ਪ੍ਰਭੂ ਜੋ ਆਪਣੀ ਕਲੀਸਿਆ ਵਿੱਚ ਕੰਮ ਕਰਦਾ ਹੈ, ਕਾਰਜਸ਼ੀਲ ਹੈ, ਉਹ ਕਦੀ ਨਹੀਂ ਚਾਹੇਗਾ ਕਿ ਉਹਦੇ ਮੰਨਣ ਵਾਲਿਆਂ ਵਿੱਚ ਫੁੱਟ ਹੋਵੇ, ਅਸ਼ਾਂਤੀ ਹੋਵੇ, ਏਕਤਾ ਨਾ ਹੋਵੇ। ਇਸ ਕਰਕੇ ਆਦਿ ਜੋ ਪ੍ਰਾਰਥਨਾ ਹੈ, ਇਹ ਸਾਰਾ ਕੁਛ ਪ੍ਰਭੂ ਨੇ ਸਾਡੇ ਅੱਜ ਦੇ ਹਾਲਾਤ ਨੂੰ, ਭਵਿੱਖ ਵਿੱਚ ਨੂੰ, ਇਹ ਸਾਰਾ ਕੁਝ ਦੇਖ ਕੇ ਪ੍ਰਭੂ ਖੁਦਾ ਬਾਪ ਅੱਗੇ ਪ੍ਰਾਰਥਨਾ ਕਰਦਾ ਹੈ, ਪਿਤਾ, ਜਿਸ ਦਾ ਆਪਾਂ ਜੋ ਪਾਕ ਤਸਲੀਸ ਖੁਦਾ ਦੇ ਸ਼ਖਸਾਨ ਅਸੀਂ ਇੱਕ ਹਾਂ, ਇਸ ਤਰ੍ਹਾਂ ਦੀ ਏਕਤਾ ਹੀ ਮੇਰੇ ਮੰਨਣ ਵਾਲਿਆਂ ਵਿੱਚ ਹੋਵੇ। ਆਓ ਅਸੀਂ ਇਸ ਪਾਕ ਮਾਹ ਦੇ ਦੌਰਾਨ ਸਾਰੀ ਕਲੀਸਿਆ, ਸਾਰੀ ਮਸੀਹਾਂ ਦੀ ਏਕਤਾ ਲਈ ਪ੍ਰਾਰਥਨਾ ਕਰੀਏ। ਸਰਵਸ਼ਕਤੀਮਾਨ ਪਿਤਾ ਪਰਮੇਸ਼ਵਰ,
ਅਸੀਂ ਤੁਹਾਡੀ ਮਹਿਮਾ ਦੀ ਵਡਿਆਈ ਕਰਦੇ ਹਾਂ। ਖਾਸ ਤੌਰ 'ਤੇ ਪ੍ਰਾਰਥਨਾ ਕਰਦੇ ਹਾਂ ਇਹਨਾਂ ਸਾਰੇ ਮਸੀਹੀ ਭੈਣਾਂ ਭਰਾਵਾਂ ਲਈ ਜੋ ਵੱਖ-ਵੱਖ ਮਿਸ਼ਨਾਂ ਦੇ ਵਿੱਚ ਸ਼ਾਮਲ ਹੋਏ ਹਨ। ਐ ਪ੍ਰਭੂ, ਉਹਨਾਂ ਸਾਰਿਆਂ ਦੇ ਵਿੱਚ ਏਕਤਾ ਵਿੱਚ ਭਜਨ ਦੀ ਭਾਵਨਾ ਨੂੰ ਜਾਗਰਤ ਕਰੋ, ਤਾਂ ਜੋ ਇੱਕ ਹੀ ਚਰਵਾਹੇ ਨੂੰ ਮੰਨਣ, ਇੱਕ ਹੀ ਪ੍ਰਭੂ, ਇੱਕ ਹੀ ਆਤਮਾ, ਇੱਕ ਹੀ ਖੁਦਾ ਨੂੰ ਮੰਨਦੇ ਹੋਏ ਆਪਸ ਵਿੱਚ ਏਕਤਾ ਨੂੰ ਕਾਇਮ ਰੱਖਣ। ਅਸੀਂ ਇਹ ਮੰਗਦੇ ਹਾਂ ਸਾਡੇ ਖੁਦਾਵੰਦ ਯਿਸੂ ਮਸੀਹ ਦੇ ਵਸੀਲੇ, ਆਮੀਨ। मेरे प्यारे प्रभु जी, करियो कबूल दान मेरा। मेरे प्यारे प्रभु जी, करियो कबूल दान मेरा। तुसी करियो कबूल दान मेरा। मेरे प्यारे शाफी जी, करियो कबूल दान मेरा। तुसी करियो कबूल दान मेरा। लिया हाँ प्यार अपना रोटी दे रूप विच। लिया हाँ प्यार अपना रोटी दे रूप विच। आत्म समर्पण मेरा दास दे रूप विच। आत्म समर्पण मेरा दास दे रूप विच। मेरी मेहनत दी कमाई, मेरी मेहनत दी कमाई। मेरे प्यारे प्रभु जी, करियो कबूल दान मेरा। तुसी करियो कबूल दान मेरा। ਪ੍ਰਭੂ ਤੇ ਭੈਣੋ, ਪ੍ਰਾਰਥਨਾ ਕਰੋ ਕਿ ਮੇਰੀ ਅਤੇ ਤੁਹਾਡੀ ਕੁਰਬਾਨੀ ਪੂਰੀ ਕੁਦਰਤ ਵਾਲੇ ਖੁਦਾ ਬਾਪ ਨੂੰ ਕਬੂਲ ਹੋਵੇ। प्रभु इस कुर्बानी ਨੂੰ ਤੁਹਾਡੇ ਹੱਥਾਂ ਦੇ ਵਿੱਚੋਂ ਆਪਣੇ ਨਾਮ ਦੀ ਉਸਤਤ ਅਤੇ ਵਡਿਆਈ ਦੇ ਲਈ ਅਤੇ ਸਾਡੇ ਤੇ ਸਾਰੇ ਪਾਕ ਕਲੀਸਿਆ ਦੇ ਭਲੇ ਲਈ ਕਬੂਲ ਕਰੇ। ਐ ਪ੍ਰਭੂ, ਅਸੀਂ ਬੇਨਤੀ ਕਰਦੇ ਹਾਂ ਕਿ ਮਿਹਰ ਕਰਕੇ ਇਹਨਾਂ ਤੋਹਫਿਆਂ ਨੂੰ ਪਵਿੱਤਰ ਕਰ। ਇਸ ਸੁਹਾਨੀ ਕੁਰਬਾਨੀ ਦੇ ਚੜਾਵੇ ਨੂੰ ਕਬੂਲ ਕਰਕੇ ਸਾਨੂੰ ਆਪਣੇ ਲਈ ਇੱਕ ਸਦੀਵੀ ਨਜ਼ਾਨਾ ਬਣਾ ਦੇ। ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ, ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਤੁਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਓ। ਅਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਉਂਦੇ ਹਾਂ। ਅਸੀਂ ਆਪਣੇ ਪ੍ਰਭੂ ਖੁਦਾ ਦਾ ਧੰਨਵਾਦ ਕਰੀਏ। ਇਹ ਸਹੀ ਅਤੇ ਯੋਗ ਹੈ। ਇਹ ਪ੍ਰਭੂ ਪਵਿੱਤਰ ਬਾਪ, ਪੂਰੀ ਕੁਦਰਤ ਵਾਲੇ ਤੇ ਅਕਾਲ ਖੁਦਾ, ਇਹ ਸੱਚਮੁੱਚ ਸਹੀ ਅਤੇ ਯੋਗ ਹੈ, ਮੁਕਤੀ ਪਾਉਣ ਦਾ ਰਾਹ ਹੈ ਕਿ ਅਸੀਂ ਹਰ ਵੇਲੇ ਅਤੇ ਹਰ ਥਾਂ ਯਿਸੂ ਮਸੀਹ ਆਪਣੇ ਪ੍ਰਭੂ ਦੇ ਰਾਹੀਂ ਤੇਰਾ ਧੰਨਵਾਦ ਕਰੀਏ। ਆਪਣੇ ਜੀਵ ਤੇ ਸਰੀਰ ਵਿੱਚ ਮਸੀਹ ਆਪਣੇ ਚੇਲਿਆਂ ਨੂੰ ਖੁੱਲ੍ਹੇਆਮ ਦਰਸ਼ਨ ਦਿੰਦਾ ਰਿਹਾ ਅਤੇ ਉਹਨਾਂ ਦੀਆਂ ਨਜ਼ਰਾਂ ਦੇ ਸਾਹਮਣੇ ਸਵਰ ਚੜ੍ਹ ਗਿਆ, ਤਾਂ ਜੋ ਉਹ ਸਾਨੂੰ ਆਪਣੇ ਖੁਦਾਈ ਜੀਵਨ ਦੇ ਹਿੱਸੇਦਾਰ ਹੋਣ ਦਾ ਮਾਣ ਬਖਸ਼ੇ। ਇਸ ਲਈ ਅਸੀਂ ਆਪਣੀ ਖੁਸ਼ੀ ਵਿੱਚ ਫਰਿਸ਼ਤਿਆਂ ਦੇ ਸਵਰਗੀ ਲਸ਼ਕਰਾਂ ਨਾਲ ਮਿਲ ਕੇ ਤੇਰੀ ਮਹਿਮਾ ਗੀਤ ਗਾਉਂਦੇ ਹੋਏ ਇਹ ਐਲਾਨ ਕਰਦੇ ਹਾਂ, ਪਾਕ 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 ਲਸ਼ਕਰਾਂ ਦੇ ਪ੍ਰਭੂ ਖੁਦਾ, ਸਵਰਗ ਅਤੇ ਧਰਤੀ ਤੇਰੇ ਜਲਾਲ ਨਾਲ ਭਰਪੂਰ ਹਨ। ਉਚਾਈਆਂ ਵਿੱਚ ਹੋਸਨਾ, ਮੁਬਾਰਕ ਹੈ ਉਹ ਜੋ ਪ੍ਰਭੂ ਦੇ ਨਾਮ ਤੇ ਆਉਂਦਾ ਹੈ। ਉਚਾਈਆਂ ਵਿੱਚ ਹੋਸਨਾ। हे प्रभु, तू सचमुच पवित्र है ਅਤੇ ਸਭ ਪਵਿੱਤਰਤਾ ਦਾ ਸੋਮਾ ਹੈ। ਇਸ ਲਈ ਅਸੀਂ ਬੇਨਤੀ ਕਰਦੇ ਹਾਂ ਕਿ ਜਿਸ ਤਰ੍ਹਾਂ ਤਰੇਲ ਪੈਂਦੀ ਹੈ, ਉਸੇ ਤਰ੍ਹਾਂ ਤੂੰ ਆਪਣੇ ਰੂਹ ਪਾਕ ਨੂੰ ਭੇਜ ਕੇ ਇਹਨਾਂ ਨਸਾਨਿਆਂ ਨੂੰ ਪਵਿੱਤਰ ਕਰ, ਤਾਂ ਜੋ ਇਹ ਸਾਡੇ ਲਈ ਸਾਡੇ ਪ੍ਰਭੂ ਯਿਸੂ ਮਸੀਹ ਦਾ ਬਦਨ ਅਤੇ ਲਹੂ ਬਣ ਜਾਵੇ। ਉਸਨੇ ਆਪਣੀ ਮਰਜ਼ੀ ਨਾਲ
ਆਪਣੇ ਆਪ ਨੂੰ ਦੁੱਖ ਤਸੀਆਂ ਲਈ ਸੌਂਪਦੇ ਹੋਏ ਰੋਟੀ ਲਈ ਧੰਨਵਾਦ ਕਰਦਿਆਂ ਰੋਟੀ ਤੋੜੀ ਅਤੇ ਆਪਣੇ ਚੇਲਿਆਂ ਨੂੰ ਦਿੱਤੀ, ਇਹ ਕਹਿੰਦੇ ਹੋਏ, ਤੁਸੀਂ ਸਾਰੇ ਇਹ ਲਵੋ ਅਤੇ ਇਸ ਵਿੱਚੋਂ ਖਾਵੋ, ਕਿਉਂ ਜੋ ਇਹ ਮੇਰਾ ਬਦਨ ਹੈ ਜਿਹੜਾ ਤੁਹਾਡੇ ਲਈ ਕੁਰਬਾਨ ਕੀਤਾ ਜਾਵੇਗਾ। ਇਸੇ ਤਰ੍ਹਾਂ ਭੋਜਨ ਕਰਨ ਤੋਂ ਬਾਅਦ ਉਸਨੇ ਪਿਆਲਾ ਲਿਆ, ਇੱਕ ਵਾਰ ਫਿਰ ਤੇਰਾ ਧੰਨਵਾਦ ਕਰਦਿਆਂ ਪਿਆਲਾ ਆਪਣੇ ਚੇਲਿਆਂ ਨੂੰ ਦਿੱਤਾ, ਇਹ ਕਹਿੰਦੇ ਹੋਏ, ਤੁਸੀਂ ਸਾਰੇ ਇਹ ਲਵੋ ਅਤੇ ਇਸ ਵਿੱਚੋਂ ਪੀਓ, ਕਿਉਂ ਜੋ ਇਹ ਮੇਰੇ ਲਹੂ ਦਾ ਪਿਆਲਾ ਹੈ, ਨਵੇਂ ਅਤੇ ਸਥਿਰ ਨੇਮ ਦਾ ਲਹੂ, ਜੋ ਤੁਹਾਡੇ ਅਤੇ ਬਹੁਤਿਆਂ ਵਾਸਤੇ ਗੁਨਾਹਾਂ ਦੀ ਮਾਫੀ ਲਈ ਵਹਾਇਆ ਜਾਵੇਗਾ। ਮੇਰੀ ਯਾਦ ਵਿੱਚ ਇਹ ਕਰਿਆ ਕਰੋ। ਈਮਾਨ ਦਾ ਭੇਦ। ਐ ਪ੍ਰਭੂ, ਅਸੀਂ ਤੇਰੀ ਮੌਤ ਦਾ ਐਲਾਨ ਕਰਦੇ ਹਾਂ ਅਤੇ ਤੇਰੇ ਜੀ ਉਠਣ ਦੀ ਮੁਨਾਦੀ ਕਰਦੇ ਹਾਂ ਜਦ ਤੱਕ ਤੂੰ ਫਿਰ ਆਵੇਂਗਾ। ਐ ਪ੍ਰਭੂ, ਅਸੀਂ ਇਸ ਤੇਰੀ ਮੌਤ ਅਤੇ ਉਹਦੇ ਜੀ ਉਠਣ ਦੀ ਯਾਦਗਾਰੀ ਮਨਾਉਂਦੇ ਹੋਏ ਤੈਨੂੰ ਇਹ ਜੀਵਨ ਦੀ ਰੋਟੀ ਅਤੇ ਮੁਕਤੀ ਦਾ ਪਿਆਲਾ ਚੜਾਉਂਦੇ ਹਾਂ। ਅਸੀਂ ਤੇਰਾ ਧੰਨਵਾਦ ਕਰਦੇ ਹਾਂ ਕਿਉਂ ਜੋ ਤੂੰ ਸਾਨੂੰ ਇਸ ਯੋਗ ਠਹਿਰਾਇਆ ਕਿ ਅਸੀਂ ਤੇਰੀ ਹਜ਼ੂਰੀ ਵਿੱਚ ਦਾਖਲ ਹੋ ਕੇ ਤੇਰੀ ਸੇਵਾ ਕਰੀਏ। ਅਸੀਂ ਹਲੀਮੀ ਨਾਲ ਦੁਆ ਕਰਦੇ ਹਾਂ ਕਿ ਮਸੀਹ ਦੇ ਬਦਨ ਅਤੇ ਲਹੂ ਵਿੱਚ ਹਿੱਸਾ ਲੈਣ ਦੁਆਰਾ ਅਸੀਂ ਰੂਹ ਪਾਕ ਦੇ ਰਾਹੀਂ ਏਕਤਾ ਵਿੱਚ ਬਚੇ ਰਹੀਏ। ਐ ਪ੍ਰਭੂ, ਸਾਰੀ ਧਰਤੀ ਉੱਤੇ ਫੈਲੀ ਹੋਈ ਆਪਣੀ ਕਲੀਸਿਆ ਨੂੰ ਯਾਦ ਕਰ ਅਤੇ ਉਸ ਤੋਂ ਸਾਡੇ ਸੰਤ ਪਾਪਾ ਫ੍ਰਾਂਸਿਸ, ਸਾਡੇ ਬਿਸ਼ਪ ਫ੍ਰੈਂਕੋ ਤੇ ਇਗਨੈਲੋ, ਸਾਰੇ ਪ੍ਰੋਫਤਾਂ, ਧਾਰਮਿਕ ਸਿਸਟਰਾਂ ਤੇ ਸਭ ਵਿਸ਼ਵਾਸੀ ਲੋਕਾਂ ਨਾਲ ਪਿਆਰ ਦੀ ਸੰਪੂਰਨਤਾ ਵਿੱਚ ਕਾਇਮ ਰੱਖ। ਸਾਡੇ ਭੈਣਾਂ ਭਰਾਵਾਂ ਨੂੰ ਵੀ ਯਾਦ ਕਰ ਜਿਹੜੇ ਜੀਵਨ ਦੀ ਉਮੀਦ ਨਾਲ ਸੌਂ ਗਏ ਹਨ ਅਤੇ ਉਹਨਾਂ ਸਾਰਿਆਂ ਨੂੰ ਵੀ ਜੋ ਤੇ ਰਹਿਮ ਵਿੱਚ ਮਰ ਗਏ ਹਨ, ਇਹਨਾਂ ਦਾ ਤੂੰ ਆਪਣੀ ਹਜ਼ੂਰੀ ਦੇ ਚਾਨਣ ਵਿੱਚ ਸਵਾਗਤ ਕਰ। ਐ ਪ੍ਰਭੂ, ਅਸੀਂ ਬੇਨਤੀ ਕਰਦੇ ਹਾਂ ਕਿ ਸਾਡੇ ਸਾਰਿਆਂ ਉੱਤੇ ਦਇਆ ਕਰ ਤਾਂ ਜੋ ਮੁਕੱਦਸ ਕੁਆਰੀ ਮਰੀਮ ਖੁਦਾ ਦੀ ਮਾਂ ਦੇ ਨਾਲ, ਉਸੇ ਕੁਆਈ ਦੇ ਮੁਬਾਰਕਬਾਦ ਸੰਤ ਯੂਸਫ ਦੇ ਨਾਲ, ਧੰਨ ਰਸੂਲਾਂ, ਸੰਤ ਪੌਲੁਸ ਅਤੇ ਸਾਰੇ ਸੰਤਾਂ ਨਾਲ ਜਿਨ੍ਹਾਂ ਨੇ ਸਾਰੇ ਯੁੱਗਾਂ ਵਿੱਚ ਤੈਨੂੰ ਖੁਸ਼ ਕੀਤਾ ਹੈ, ਅਸੀਂ ਸਤੀਵੀ ਜੀਵਨ ਦੇ ਵਾਰਸ ਹੋਣ ਦੇ ਹੱਕਦਾਰ ਬਣ ਜਾਵਾਂਗੇ ਅਤੇ ਤੇਰੇ ਬੇਟੇ ਯਿਸੂ ਮਸੀਹ ਦੇ ਰਾਹੀਂ ਤੇਰੀ ਵਡਿਆਈ ਅਤੇ ਉਸਤਤ ਕਰਾਂਗੇ। ਉਸ ਦੇ ਰਾਹੀਂ ਤੇ ਉਸ ਦੇ ਨਾਲ ਤੇ ਉਸ ਦੇ ਵਿੱਚ ਐ ਖੁਦਾ ਪੂਰੀ ਕੁਦਰਤ ਵਾਲੇ ਬਾਪ ਰੂਹ ਪਾਕ ਦੀ ਏਕਤਾ ਵਿੱਚ ਸਭ ਦਲਾਲ ਤੇ ਵਡਿਆਈ ਤੇਰੀ ਹੀ ਹੈ, ਸਦਾ ਤੋਂ ਸਦਾ ਤੱਕ। ਆਮੀਨ। आओ उसी खुदा बाप अगे वही प्रार्थना दोहराइए जो प्रभु यीशु मसीह ने सानू सिखाई है। ऐ साडे बाप जिहड़ा तू आसमान ते है, तेरा नाम पाक मनिया जावे, तेरा राज आवे, तेरी मर्जी जिस तरह आसमान ते पूरी हुंदी है जमीन उते भी होवे। साडी रोज़ दी रोटी अज सानू दे, साडे कसूर सानू माफ कर जिस तरह असीं अपने कसूरवारां नूं माफ करदे हां। सानू अजमाइश विच ना पा सगों बुराई तो बचाओ। ऐ प्रभु से प्रार्थना करते हाँ सब बुराइयां तो सन बचाओ
ਆਪਣੇ ਰਹਿਮ ਨਾਲ ਸਾਡੇ ਦਿਨਾਂ ਵਿੱਚ ਸ਼ਾਂਤੀ ਦੇ, ਤਾਂ ਜੋ ਤੇਰੀ ਦਇਆ ਦੀ ਮਦਦ ਨਾਲ ਅਸੀਂ ਹਮੇਸ਼ਾ ਗੁਨਾਹਾਂ ਤੋਂ ਮੁਕਤ ਰਹੀਏ ਅਤੇ ਹਰ ਮੁਸੀਬਤ ਤੋਂ ਸੁਰੱਖਿਅਤ ਰਹੀਏ। ਜਿਵੇਂ ਮੁਬਾਰਕ ਉਮੀਦ ਰੱਖਦੇ ਹੋਏ ਅਸੀਂ ਯਿਸੂ ਮਸੀਹ ਸਾਡੇ ਮੁਕਤੀਦਾਤੇ ਦੇ ਆਉਣ ਦੀ ਉਡੀਕ ਕਰਦੇ ਹਾਂ। क्यों जो राज कुदरत ते जलाल युग युग तेरा ही है। ਐ ਪ੍ਰਭੂ ਯਿਸੂ ਮਸੀਹ ਆਪ ਤਾਂ ਆਪਣੇ ਰਸੂਲਾਂ ਨੂੰ ਆਖਿਆ, ਮੈਂ ਤੁਹਾਨੂੰ ਸ਼ਾਂਤੀ ਦਿੰਦਾ ਹਾਂ, ਆਪਣੀ ਸ਼ਾਂਤੀ ਮੈਂ ਤੁਹਾਨੂੰ ਪ੍ਰਦਾਨ ਕਰਦਾ ਹਾਂ। ਤੂੰ ਸਾਡੇ ਗੁਨਾਹਾਂ ਨੂੰ ਨਹੀਂ ਸਗੋਂ ਆਪਣੀ ਕਲੀਸਿਆ ਦੇ ਈਮਾਨ ਨੂੰ ਵੇਖ ਅਤੇ ਉਸ ਤੋਂ ਆਪਣੀ ਮਰਜ਼ੀ ਮੁਤਾਬਕ ਸ਼ਾਂਤੀ ਅਤੇ ਏਕਤਾ ਪ੍ਰਦਾਨ ਕਰ। ਤੁਝੇ ਜਿੰਦਾ ਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੱਕ। ਆਮੀਨ। ਪ੍ਰਭੂ ਦੀ ਸ਼ਾਂਤੀ ਸਦਾ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਅਸੀਂ ਆਪੋ ਵਿੱਚ ਸ਼ਾਂਤੀ ਦਾ ਸਲਾਮ ਦਈਏ। ਐ ਲੀਲੇ ਖੁਦਾ ਦੀ, ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਡੇ ਉੱਤੇ ਦਇਆ ਕਰ। ਐ ਲੀਲੇ ਖੁਦਾ ਦੀ, ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਡੇ ਉੱਤੇ ਦਇਆ ਕਰ। ਐ ਲੀਲੇ ਖੁਦਾ ਦੀ, ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਨੂੰ ਸ਼ਾਂਤੀ ਦੇ। ਵੇਖੋ ਖੁਦਾ ਦਾ ਲੀਲਾ ਪ੍ਰਭੂ ਯਿਸੂ ਮਸੀਹ, ਇਹਨੂੰ ਵੇਖੋ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈ ਜਾਂਦਾ ਹੈ। ਧੰਨ ਹਨ ਉਹ ਕਿ ਲੀਲੇ ਦੇ ਭੋਜ ਲਈ ਸੱਦੇ ਗਏ ਹਨ। ਐ ਪ੍ਰਭੂ, ਮੈਂ ਇਸ ਯੋਗ ਤਾਂ ਨਹੀਂ ਹਾਂ ਕਿ ਤੂੰ ਮੇਰੀ ਸ਼ਰਤ ਲਿਆਵੇਂ, ਪਰ ਇੱਕ ਹੀ ਸ਼ਬਦ ਆ ਤਾਂ ਮੇਰੀ ਰੂਹ ਚੰਗੀ ਹੋ ਜਾਵੇਗੀ। मेरे कोलिया प्यारी शापिया, नूरी चेहरे दी झलक विखा जा। मेरे कोलिया प्यारी शापिया, नूरी चेहरे दी झलक विखा जा। बिन तेरे मैं चैन न पावा, रात दिने मैं तेनू बुलावा। बिन तेरे मैं चैन न पावा, रात दिने मैं तेनू बुलावा, तेनू बुलावा। मेरे कोलिया प्यारी शापिया, नूरी चेहरे दी झलक दिखा जा। मेरे कोलिया प्यारी शापिया, नूरी चेहरे दी झलक दिखा जा। जो कोई आवे सो कोई पावे, दर तेरे तो खाली न जावे। जो कोई आवे सो कोई पावे, दर तेरे तो खाली न जावे, खाली न जावे। मेरे कोलिया प्यारी शापिया, नूरी चेहरे दी झलक दिखा जा। मेरे कोलिया प्यारी शापिया, नूरी चेहरे दी झलक दिखा जा। ਅਸੀਂ ਪ੍ਰਾਰਥਨਾ ਕਰੀਏ। ਐ ਪ੍ਰਭੂ, ਬਖਸ਼ ਦੇ ਕਿ ਤੇਰੀ ਪਾਕ ਬਾਣੀ ਦੀ ਸਿੱਖਿਆ ਰਾਹੀਂ ਸਾਨੂੰ ਸਹੀ ਗਿਆਨ ਮਿਲੇ ਅਤੇ ਇਹਨਾਂ ਪਾਕ ਭੇਦਾਂ ਵਿੱਚ ਸ਼ਰੀਕ ਹੋਣ ਰਾਹੀਂ ਸਾਨੂੰ ਨਵਾਂ ਜੋਸ਼ ਪ੍ਰਾਪਤ ਹੋਵੇ, ਤਾਂ ਜੋ ਤੇਰੇ ਰੂਹ ਪਾਕ ਦੀ ਅਗਵਾਈ ਹੇਠ ਚੱਲ ਕੇ ਅਸੀਂ ਏਕਤਾ
ਅਤੇ ਸ਼ਾਂਤੀ ਵਿੱਚ ਕਾਇਮ ਰਹੀਏ। ਅਸੀਂ ਇਹ ਮੰਗਦੇ ਹਾਂ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ। ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਸਰਵ ਸ਼ਕਤੀਮਾਨ ਖੁਦਾ ਬਾਪ ਅਤੇ ਬੇਟਾ ਤੇ ਰੂਹ ਪਾਕ ਤੁਹਾਨੂੰ ਸਭ ਨੂੰ ਬਰਕਤ ਦੇਵੇ। ਆਮੀਨ। ਸ਼ਾਂਤੀ ਵਿੱਚ ਜਾਵੋ। ਹਾਲੇਲੂਇਆ ਹਾਲੇਲੂਇਆ। ਖੁਦਾ ਦਾ ਸ਼ੁਕਰ ਹੋਵੇ। ਹਾਲੇਲੂਇਆ ਹਾਲੇਲੂਇਆ। ਦੁਆ ਯਾਦ ਕਰ। याद कर ऐ नहायत मेहरबान कुआरी मरियम, भई कदी ये नहीं सुनाया गया कि कोई भी तेरी पनाह लभदियां तेरी मदद चाहुंदियां तेरी सिफारिश मंगदियां ते तू खाली गया होवे। ऐ कुआरी कुआरियां दी अते मेरी मां, इस तसल्ली नाल मैं तेरे कोल नस के आउंदा हां, तेरे अगे खलो के मैं गुनाही रोंदा हां। ऐ तेरे हुए कलाम दी मां, तू मेरियां जन हकी ना जान, सगों मेहरबानी नाल सुन अते कबूल कर। आमीन। मां मरियम शांति दी रानी साडे लिए दुआ कर। रब दी होवे सना हमेशा, रब दी होवे सना, रब दी होवे सना हमेशा, रब दी होवे सना। रब दी होवे मधुसराई, रब दी होवे मधुसराई, उस दे नाम दी सना, उस दे नाम दी सना हमेशा, रब दी होवे सना, रब दी